ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਉਸ ਤੋਂ ਪਹਿਲਾਂ, ਤੇ ਰਾਮ ਰਾਏ ਨੇ ਕਿਹਾ ਸੀ ਇਹ ਤਾਂ ਚੇਚਕ ਦਾ ਖਾਈਆ, ਇਹਨੂੰ ਚੇਚਕ ਹੋ ਜਾਵੇਗਾ। ਤੇ ਕਹਿੰਦੇ ਹਰਕ੍ਰਿਸ਼ਨ ਜੀ ਨੇ ਕਹਿ ਦਿੱਤਾ ਸੀਗਾ ਕਿ ਇਹ ਜਿਉਂਦਾ ਹੀ ਅੱਗ ਵਿੱਚ ਸੜੇਗਾ, ਕਿਉਂਕਿ ਈਰਖਾ ਕਰ ਰਿਹਾ ਹੈ। ਈਰਖਾ ਕਰਨੀ ਵੀ ਜਿਉਂਦੇ ਸੜਨਾ ਹੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ। ਤੋ ਬਚਨ ਸਹਿ ਸਵਾ ਕਹਿੰਦੇ ਹੋਏ ਸੀ, ਉਹ ਬਚਨ ਵੀ ਅੱਜ ਪੂਰੇ ਹੋਣੇ ਆ ਛੋਟੇ ਭਾਈ ਦੇ ਗੁਰਤਾ ਗੱਦੀ ਤੇ ਜੋ ਬੈਠੇ ਸਨ ਹਰਕ੍ਰਿਸ਼ਨ ਜੀ। ਇਸ ਕਰਕੇ ਇਹਨਾਂ ਗੱਲਾਂ ਨੂੰ ਯਾਦ ਕਰਕੇ ਅੱਜ ਰਾਮ ਰਾਏ ਨੇ ਆਪਣੇ ਸਰੀਰ ਨੂੰ ਤਿਆਗਣਾ ਹੀ ਠੀਕ ਸਮਝਿਆ ਔਰ ਚਲੇ ਗਏ ਜੀ। ਗਗਨ ਗਿਰਾ ਕਹਿਣਾ ਸੁਣ ਲੀਨੀ, ਗਰਵਤਾ ਮਹਿਦ ਮਸੰਦ ਨਾ ਚੀਨੀ। ਕਹਿਣ ਲੱਗੇ ਉਹ ਆਕਾਸ਼ਬਾਣੀ ਕਈ ਲੋਕਾਂ ਨੇ ਸੁਣੀ ਹੈ, ਪਰ ਹੰਕਾਰੀ ਮਸੰਦ ਜਿਹੜੇ ਕਿ ਸੰਸਕਾਰ ਕਰਨ ਨੂੰ ਤਿਆਰ ਸੀ, ਬਹੁਤਿਆਂ ਦੇ ਵਿੱਚ ਗੱਦੀ ਲੈਣ ਦਾ ਵੀ ਚਾਅ ਹੁੰਦਾ ਵੀ ਮੈਂ ਪਹਿਲਾਂ ਗੱਦੀ ਤੇ ਬੈਠਾ, ਇਸ ਤੋਂ ਪਹਿਲਾਂ ਮੈਂ ਬੈਠਾ। ਕਈਆਂ ਦੇ ਇਹ ਵੀ ਖਿਆਲ ਹੁੰਦੇ ਆ, ਕਿਉਂਕਿ ਗੁਰੂ ਘਰ ਦੀ ਮਾਇਆ ਜੋੜ ਜੋੜ ਕੇ ਮਸੰਦ ਹੰਕਾਰੀ ਵੀ ਹੋ ਚੁੱਕੇ ਸਨ। ਤਾਂ ਇਸ ਕਰਕੇ ਸਾਰੀਆਂ ਗੱਲਾਂ ਰਲ ਗਈਆਂ ਔਰ ਅੱਜ ਮਸੰਦਾਂ ਨੇ ਉਹਨਾਂ ਦੇ ਸਰੀਰ ਨੂੰ ਧੱਕੇ ਨਾਲ ਸੰਸਕਾਰ ਕਰਨ ਦੀਆਂ ਤਿਆਰੀਆਂ ਕਰ ਲਈਆਂ ਜੀ। ਪੰਜਾਬ ਕੋਇਰ ਅਰ ਤਾਰੀ, ਦੁਖਤਾ ਵਾਪਰੀ ਭਈ ਲਚਾਰੀ। ਦੂਜੇ ਪਾਸੇ ਮਾਤਾ ਪੰਜਾਬ ਕੌਰ ਜੀ ਲਾਚਾਰ ਸਨ, ਦੁਖੀ ਸਨ। ਨਹਿ ਕੁਛ ਜਤਨਾ ਬਣਿਓ ਤਿਸ ਪਾਸਾ, ਰੋਦ ਤਦ ਕਲੇਤ ਬੜ ਉਸ ਵਾਸਾ। ਤੋ ਮਾਤਾ ਪੰਜਾਬ ਕੌਰ ਦੀ ਇੱਕ ਨਾ ਚੱਲਣ ਦਿੱਤੀ ਇਹਨਾਂ ਮਸੰਦਾਂ ਨੇ। ਲੰਮੇ ਸਵਾਸ ਲੈ ਕੇ ਨੰਮੇ ਹੌਕੇ ਭਰ ਕੇ ਮਾਤਾ ਜੀ ਰੋਂਦੇ ਰਹੇ ਜੀ। ਜਗ ਸੋਤਨਾ ਜਤ ਬਿਲਾ ਪਹਿਦਾਸੀ, ਸਭ ਕੋ ਆਨ ਪਰਿਆ ਦੁਖ ਰਾਸੀ। ਔਰ ਇਸ ਤਰ੍ਹਾਂ ਤਿੰਨ ਵਿਆਹ ਦੱਸਦੇ ਆ ਰਾਮ ਰਾਏ ਦੇ, ਆਪਣੀਆਂ ਦੂਸਰੀਆਂ ਭੈਣਾਂ ਦੇ ਨਾਲ, ਦੂਸਰੀ ਸੌਕਣ ਦੇ ਨਾਲ ਔਰ ਦਾਸੀਆਂ ਸਮੇਤ ਇਹ ਸਾਰੀਆਂ ਰੋ ਰਹੀਆਂ ਹਨ। ਸੰਤਨ ਕਰ ਸਭ ਤਿਆਰੀ, ਦੇਹ ਚਿਖਾ ਪਰ ਧਰ ਕਰਤਾ ਜਾਰੀ। ਔਰ ਅਖੀਰ ਮਸੰਦਾਂ ਨੇ ਚਿਖਾ ਤਿਆਰ ਕਰ ਲਈ ਹੈ, ਸਰੀਰ ਦਾ ਇਸ਼ਨਾਨ ਕਰਕੇ ਤਿਆਰੀ ਕਰਕੇ ਜਿਹੜੀ ਹੈ ਸਰੀਰ ਨੂੰ ਚਿਖਾ ਉੱਤੇ ਰੱਖ ਦਿੱਤਾ ਹੈ ਤੇ ਅਗਨ ਦੇ ਦਿੱਤੇ ਜੀ। ਮਜਨ ਕਰ ਬੈਠੇ ਸਮੁਦਾਏ, ਪਨ ਉਠ ਉਠ ਨਿਜ ਸਦਨ ਸਦਾਏ। ਕੁਝ ਸਮਾਂ ਬੈਠ ਗਏ ਸੰਸਕਾਰ ਕਰਨ ਤੋਂ ਬਾਅਦ, ਫਿਰ ਹੌਲੀ ਹੌਲੀ ਸਾਰੇ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਜੀ। ਦਰਬ ਆਦ ਵਸਤਨ ਸੰਭਾਰੇ, ਲਗੇ ਦੁਆਰ ਦਰਾਵਨ ਜਿਸ ਅਨੁਸਾਰੇ। ਔਰ ਜਿਹੜਾ ਸੰਪਤੀ ਸੀ, ਧਨ ਹੋਰ ਕੀਮਤੀ ਵਸਤੂਆਂ, ਇਹਨਾਂ ਮਸੰਦਾਂ ਨੇ ਉਸੇ ਵੇਲੇ ਉਹਨਾਂ ਤੇ ਕਬਜ਼ੇ ਕਰਨੇ ਸ਼ੁਰੂ ਕੀਤੇ, ਲੁਕਾਉਣੀਆਂ ਸ਼ੁਰੂ ਕੀਤੀਆਂ। ਜਿਹਦੇ ਹੱਥ ਜੋ ਆਇਆ ਉਹ ਸਾਂਭਣ ਲੱਗੇ ਜੀ। ਪਰ ਰਾਮ ਰਾਏ ਚਲ ਗਏ, ਅਰਪਨ ਤੇ ਨਹਿ ਤਰਾਸਤ ਭਏ। ਔਰ ਦੇਵ ਲੋਕ ਨੂੰ ਚਲੇ ਗਏ ਰਾਮ ਰਾਏ ਜੀ ਸਰੀਰਕ ਆਤਮਾ ਕਰਕੇ। ਹੁਣ ਉਹਨਾਂ ਨੂੰ ਕਿਹਦਾ ਡਰ ਹੈ? ਮਾਤਾ ਪੰਜਾਬ ਕੌਰ ਤੋਂ ਡਰਦੇ ਨਹੀਂ। ਇਸ ਕਰਕੇ ਜਿਹੜੇ ਮਸੰਦ ਮੁਖੀ ਜੇ ਬਣੇ ਹੋਏ ਸੀ ਨਾ, ਉਹਨਾਂ ਨੇ ਵਸਤੂਆਂ ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਜੀ। ਜਹ ਜੈ ਸ਼ੋਰੇ ਹੋਤੇ ਮਸੰਦਾ, ਸਿੱਖ ਸੰਗਤ ਤੇ ਲੈ ਧਨ ਬਰੰਦਾ। ਔਰ ਇਹਨਾਂ ਮਸੰਦਾਂ ਦੀ ਪ੍ਰਚਾਰ ਦੀ ਡਿਊਟੀ ਵੀ ਲਾਈ ਸੀਗੀ ਰਾਮ ਰਾਏ ਨੇ, ਕਿਉਂਕਿ ਜਿਸ ਤਰ੍ਹਾਂ ਗੁਰੂ ਘਰ ਵਿੱਚ ਮਸੰਦ ਸਨ, ਉਸੇ ਤਰ੍ਹਾਂ ਇਹਨੇ ਆਪਣਾ ਅਲੱਗ ਥਾਪਣਾ ਥਾਪ ਲਿਆ ਸੀ, ਡੇਰਾ ਬਣਾ ਲਿਆ ਸੀਗਾ। ਔਰੰਗਜ਼ੇਬ ਨੇ ਇਹਨੂੰ ਜਗ੍ਹਾ ਦੇ ਦਿੱਤੀ ਸੀਗੀ ਤੇ ਬਹੁਤ ਸਾਰੇ ਲੋਕ ਇਹਦੀਆਂ ਕਰਾਮਾਤਾਂ ਵੇਖ ਕਰਕੇ ਉਸ ਵੇਲੇ ਦਿੱਲੀ 'ਚ ਇਹਦੇ ਨਾਲ ਜੁੜ ਗਏ ਸਨ ਔਰ ਇਸ ਨੂੰ ਪੂਜਣ ਲੱਗੇ ਸਨ ਤੇ ਮਸੰਦ ਲੋਕਾਂ ਤੋਂ ਦਸੌਂਦ ਲਿਆ ਕੇ ਇਹਨੂੰ ਦਿੰਦੇ ਸਨ। ਹੁਣ ਇਹ ਮਸੰਦ ਜਿੱਥੋਂ ਜਿੱਥੋਂ ਦਸੌਂਦ ਲਿਆਉਂਦੇ ਸੀ ਪਹਿਲਾਂ, ਹੁਣ ਵੀ ਲਿਆ ਰਹੇ ਸਨ ਔਰ ਆਪਣਾ ਕੋਲ ਰੱਖ ਲੈਂਦੇ। ਪ੍ਰਥਮ ਹੀ ਤਰਾਸ ਨ ਮਾਨਤਾ, ਹਮਰਾ ਕਰਿਓ ਗੁਰੂ ਜਹ ਜਾਣਤਾ। ਇਸ ਤਰ੍ਹਾਂ ਗੁਰੂ ਪਿਆਰੇ ਉਹ ਡਰਦੇ ਨਹੀਂ ਸੀ, ਉਦੋਂ ਵੀ ਕੁੰਡੀ ਲਾਉਂਦੇ ਸੀ ਗੁਰੂ ਕੇ ਇਸ ਆਪਣਾ ਮਾਇਆ ਚੋਂ, ਜੋ ਕਿ ਦਸਵਾਂ ਦਸੌਂਦ ਕੱਢ ਕੇ ਰਾਮ ਰਾਏ ਦੀ ਸੰਗਤ ਉਹਨੂੰ ਦਿੰਦੀ ਸੀ। ਕਹਿੰਦੇ ਸੀ ਸਾਡਾ ਕੀ ਪਤਾ ਲੱਗਣਾ ਰਾਮ ਰਾਏ ਨੂੰ। ਗਰਦਵਤ ਹਿਰਦੇ ਸੁਣੀ ਪਨ ਐਸੇ,
अब हमको डर रहे न कैसे। ਔਰ ਅੱਜ ਇਹ ਹੰਕਾਰੀ ਗੱਲਾਂ ਕਰਦੇ ਆ, ਹੁਣ ਤਾਂ ਰਾਮ ਰਾਏ ਹੈ ਹੀ ਨਹੀਂ, ਸਰੀਰ ਛੱਡ ਗਿਆ ਹੈ, ਹੁਣ ਆਪਾਂ ਨੂੰ ਕਿਹਦਾ ਡਰ ਹੈ। ਜਹ ਕਹਤੇ ਗਾਨਾ ਦਰਬ ਸੰਭਾਰਾ ਮਿਲੇ ਆਪਸ ਮੈਂ ਚੋਰਿਓ ਸਾਰਾ। ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਇਹਦਾ ਕੋਈ ਖਜ਼ਾਨਾ ਸੀ ਘਰ ਦੇ ਵਿੱਚ, ਹੁਣ ਬੀਬੀਆਂ ਦੀ ਕਿਆ ਚੱਲੇ, ਇਹਨਾਂ ਨੇ ਉਹ ਸਾਰਾ ਖਜ਼ਾਨਾ ਚੋਰੀ ਕਰ ਲਿਆ ਜੀ। ਪੰਜਾਬ ਕਬਰ ਬਹੁਤ ਤੇਰੀ ਹਟ ਹੈ ਨ ਮਨ ਹੈ ਦੁਸ਼ਟ ਵਡੇਰੀ। ਮਾਤਾ ਪੰਜਾਬ ਕੌਰ ਬੜਾ ਰੋਕਦੀ ਹੈ ਪਰ ਰੁਕਦੇ ਨਹੀਂ। ਕੁਛ ਬਸ ਚਲੇ ਨੇ ਭਈ ਲਚਾਰੀ ਨਹਿ ਮਨ ਬਿਨ ਡੰਡਤ ਕੁਚਾਰੀ। ਔਰ ਮਾਤਾ ਪੰਜਾਬ ਕੌਰ ਜੀ ਲਾਚਾਰ ਹੋ ਗਏ, ਬੇਵਸ ਹੋ ਗਏ, ਇਹਨਾਂ ਦੀ ਕੋਈ ਸੁਣਦਾ ਨਹੀਂ। ਗੁਰ ਕੇ ਤਰਫ ਲਿਖੀ ਤਬ ਅਰਜੀ ਘਰ ਰਾਵਰ ਕਾ ਹਮ ਇਹ ਅਰਜੀ। ਔਰ ਫਿਰ ਇੱਕ ਚਿੱਠੀ ਲਿਖਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਵੱਲ, ਉਹਦੇ ਵਿੱਚ ਲਿਖਦੇ ਹਨ ਕਿ ਸਾਡਾ ਘਰ ਵੀ ਤੁਹਾਡਾ ਹੀ ਘਰ ਹੈ ਮਹਾਰਾਜ, ਮੇਰੀ ਬੇਨਤੀ ਸੁਣੋ। ਉਤੇ ਭਤੀਜਾ ਆਪ ਵਡੇਰੇ ਤੁਮ ਮਾਲਕ ਸਾਂਭੋ ਇਸ ਵੇਰੇ। ਆਪ ਜੀ ਵੱਡੇ ਹੋ, ਰਾਮ ਰਾਏ ਤੁਹਾਡਾ ਭਤੀਜਾ ਹੈ, ਤੁਸੀਂ ਉਹਨਾਂ ਦੇ ਭਤੀਜੇ ਹੋ, ਤੁਸੀਂ ਮਾਲਕ ਹੋ, ਇਸ ਸਮੇਂ ਸੰਭਾਲ ਕਰੋ ਆਣ ਕਰਕੇ, ਤੁਸੀਂ ਹੀ ਮਾਲਕ ਹੋ ਸਾਡੇ ਡੇਰੇ ਦੇ, ਤੁਹਾਡਾ ਹੀ ਹੈ, ਤੁਹਾਡੀ ਹੀ ਇਹ ਘਰ ਹੈ, ਚਾਚਾ ਭਤੀਜਾ ਹੋ ਤੁਸੀਂ, ਤੇ ਆ ਕਰਕੇ ਸਾਨੂੰ ਸੰਭਾਲਣਾ ਕਰੋ, ਹੁਣ ਬੜਾ ਔਖਾ ਸਮਾਂ ਆਇਆ ਸਾਡੇ ਤੇ। ਦੁਸ਼ਟ ਮਸੰਦਨ ਕੀਨ ਬਿਗਾਰਾ ਤਣਕ ਨ ਤਰਾਸ ਕਿਸ ਤੇ ਧਾਰਾ। ਅੱਜ ਦੁਸ਼ਟ ਮਸੰਦਾਂ ਨੇ ਐਸਾ ਹੀ ਕੰਮ ਕੀਤਾ ਹੈ, ਕਿਸੇ ਤੋਂ ਭੋਰਾ ਨਹੀਂ ਡਰਦੇ। ਆਵਨ ਚੰਤ ਧਰ ਗਰਭ ਕਿਸਾਲੇ ਜਿਤ ਕਤ ਦਰਬਾਦ ਰਾਏ ਸੰਭਾਲੇ। ਔਰ ਹੁਣ ਤਾਂ ਨਿਸ਼ਚਿੰਤ ਹੀ ਹੋ ਗਏ ਹਨ, ਮੇਰਾ ਪਤੀ ਗੁਜ਼ਰ ਗਿਆ ਹੈ, ਤੇ ਇਹ ਸਾਰੇ ਨਿਸ਼ਚਿੰਤ ਹੋ ਕੇ ਜਿਹੜੀ ਘਰ ਵਿੱਚ ਸੰਪਤੀ ਪੂੰਜੀ ਮਾਇਆ ਸਭ ਹੈ ਇਹ ਚਰਾਉਣ ਲੱਗੇ ਹਨ। ਭਣੈ ਤ੍ਰਿਆ ਤਨ ਤੋਇਰੋ ਲਖੈ ਕਹਾ ਅਵ ਭਾਵ ਵਡੇਰੋ। ਮੈਨੂੰ ਕਹਿੰਦੀ ਹੈ ਤੈਨੂੰ ਬੀਬੀ ਨੂੰ ਕੀ ਪਤਾ, ਤੂੰ ਇਸਤਰੀ ਹੈ, ਵੱਡਿਆਂ ਦੀਆਂ ਗੱਲਾਂ ਅਸੀਂ ਮਸੰਦ ਹੀ ਜਾਣਦੇ ਹਾਂ। ਕਿਰਪਾ ਧਰ ਆਪ ਹੋ ਜੇ ਆਪ ਤਿਉ ਫਲ ਇਨਹੁ ਕਿਉ ਜਿਮ ਪਾਪ। ਮਹਾਰਾਜ ਆਪ ਜੀ ਆਓ, ਜਿਵੇਂ ਕਿਵੇਂ ਕਰਕੇ ਕਿਰਪਾ ਕਰਕੇ ਇਹਨਾਂ ਨੂੰ ਇਹਨਾਂ ਦੇ ਗਲਤੀ ਦਾ ਦੰਡ ਦੇਣਾ ਚਾਹੀਏ ਜੀ। ਦੰਡ ਉਚਤ ਜੇ ਦੰਡ ਨਾ ਪਾਇਓ ਉਲਟਾ ਮਿਲ ਸਭ ਗਰਭ ਵਡਾਇਓ। ਪਾਤਸ਼ਾਹ ਜੇ ਅੱਜ ਇਹਨਾਂ ਦੁਸ਼ਟਾਂ ਨੂੰ ਇਸ ਪਾਪ ਦਾ ਦੰਡ ਨਾ ਦਿੱਤਾ, ਇਹਨਾਂ ਨੂੰ ਹੋਰ ਵੀ ਹੰਕਾਰ ਵੱਧ ਜਾਣਾ ਤੇ ਇਹਨਾਂ ਨੇ ਹੋਰ ਵੀ ਦੁੱਖ ਦੇਣੇ ਹਨ। ਭਾਵਤ ਕਿਰਤ ਕਾ ਸਭ ਕਰੈ ਵਸਤ ਤਤਰਵ ਲੈ ਲੈ ਧਰੈ। ਅੱਜ ਇਹ ਮਨ ਮਰਜ਼ੀ ਕਰਦੇ ਐ, ਜੋ ਗੁਰੂ ਘਰ ਦੀਆਂ ਵਸਤੂਆਂ ਇਸ ਘਰ ਦੇ ਵਿੱਚ ਆਉਂਦੀਆਂ ਸਭ ਆਪੇ ਹੀ ਲੁਕੋ ਲੈਂਦੇ ਹਨ। ਆਪ ਤੁਮ ਬਿਨ ਨ ਕੋਇ ਹਮਾਰਾ ਦੁਖ ਸਮੁੰਦਰ ਤੇ ਕਰੋ ਉਦਾਰਾ। ਸਾਨੂੰ ਸੰਸਾਰ ਸਮੁੰਦਰ ਚੋਂ, ਦੁੱਖਾਂ ਦੇ ਸਮੁੰਦਰ ਚੋਂ ਕੱਢਣਾ ਕਰੋ, ਹੁਣ ਸਾਡਾ ਤੁਹਾਡੇ ਬਿਨਾ ਹੋਰ ਕੋਈ ਨਹੀਂ ਜੀ। ਬਹਿਲਾ ਗੁਰ ਕੋ ਗੁਰਦਾਸ ਮਿਲ ਪੰਜਾਬ ਕੌਰ ਕੇ ਪਾਸ। ਭਾਈ ਬਹਿਲੋ ਕਿਆਂ ਚੋਂ ਇਹਨਾਂ ਦਾ ਬਾਲ ਬੱਚਾ ਸੀ ਭਾਈ ਗੁਰਦਾਸ, ਕੋਈ ਦੋ ਗੁਰਦਾਸ ਹੋਏ ਆ। ਮੈਂ ਬੇਨਤੀ ਕਰਾਂ, ਪਹਿਲੇ ਗੁਰਦਾਸ ਪੰਜਵੇਂ ਪਾਤਸ਼ਾਹ ਜੀ ਵੇਲੇ ਹੋਏ, ਉਹਨਾਂ ਨੇ 40 ਵਾਰਾਂ ਲਿਖੀਆਂ। ਫਿਰ ਇਹ ਗੁਰਦਾਸ ਹੋਇਆ 10ਵੇਂ ਪਾਤਸ਼ਾਹ ਜੀ ਵੇਲੇ, ਉਹਨਾਂ ਨੇ ਲਿਖਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, 41ਵੀਂ ਵਾਰ ਉਹਨਾਂ ਨੇ ਲਿਖੀ ਆ। ਤੇ ਇਹ ਭਾਈ ਗੁਰਦਾਸ ਦੀਆਂ ਵਾਰਾਂ ਦੇ ਨਾਲ ਹੀ ਪੋਥੀ ਵਿੱਚ ਪਾ ਦਿੱਤੀ, ਸਾਂਭੀ ਗਈ। ਤੋਂ ਇਹ ਗੁਰਦਾਸ ਹੈ ਭਾਈ ਬਹਿਲੋ ਕਿਆ ਚੋਂ, ਤੇ ਇਹ ਭਾਈ ਬਹਿਲੋ ਕਿਆ ਵਾਲੇ ਗੁਰਦਾਸ ਨੂੰ ਮਾਤਾ ਜੀ ਨੇ ਆਪਣੇ ਕੋਲ ਬੁਲਾਇਆ ਹੈ। ਸਕਲ ਮਸੰਦਨ ਕੇ ਸ਼ਬ ਕਰ ਕੈ ਕਹਿ ਪਤਰੀ ਸਭ ਲਿਖੀ ਵਿਚਰ ਕੈ। ਇਹ ਚਿੱਠੀ ਮਾਤਾ ਪੰਜਾਬ ਕੌਰ ਤੇ ਗੁਰਦਾਸ ਜੀ ਨੇ ਮਿਲ ਕਰਕੇ ਲਿਖਣੀ ਕੀਤੀ ਜੀ। ਸਾਵਿੰਤੇ ਦੁਰਾਏ ਪਹੁੰਚਾਈ ਕਲਗੀਧਰ ਸਮੀਪ ਤਬ ਆਈ। ਇਉਂ ਸਾਰਿਆਂ ਤੋਂ ਲੁਕੋ ਕੇ ਇਹ ਚਿੱਠੀ ਗੁਰਦਾਸ ਜੀ ਨੂੰ ਦੇ ਕਰਕੇ 10ਵੇਂ ਪ੍ਰੀਤਮ ਕੋਲ ਪੌਂਟਾ ਸਾਹਿਬ ਭੇਜ ਦਿੱਤੀ ਜੀ। ਨੰਦ ਚੰਦ ਲੈ ਕਰ ਡਿਗ ਗਿਆ ਸਰਬ ਪ੍ਰਸੰਗ ਸੁਨਾਵਤ ਭਇਓ। ਤੇ ਨੰਦ ਚੰਦ ਜੋ ਗੁਰੂ ਕਾ ਦੀਵਾਨ ਹੈ, ਇਸ ਨੂੰ ਜਾ ਚਿੱਠੀ ਦਿੱਤੀ ਆ ਗੁਰਦਾਸ ਜੀ ਨੇ,
ਤੇ ਇਹ ਚਿੱਠੀ ਸਤਿਗੁਰਾਂ ਨੂੰ ਪੜ੍ਹ ਕੇ ਸੁਣਾਉਣੀ ਕੀਤੀ ਜੀ। ਇਸ ਨਰ ਕੋ ਭੀ ਨਿਕਟ ਹਕਾਰਾ ਬੋਝਿਓ ਤਾਹੇ ਫਿਰ ਤੰਤ ਵਿਚਾਰਾ। ਔਰ ਗੁਰਦਾਸ ਜੀ ਨੂੰ ਵੀ ਅੰਦਰ ਬੁਲਾਉਣਾ ਕੀਤਾ। 10ਵੇਂ ਪਾਤਸ਼ਾਹ ਜੀ ਨੇ ਉਹਨੂੰ ਪੁੱਛਿਆ ਕੀ ਗੱਲ ਬਣੀ, ਸਾਰੀ ਗੱਲ ਦੱਸਣੀ ਕਰੋ। ਉਹਨੇ ਦੱਸਣਾ ਕੀਤਾ ਜੀ। ਵਰਜ ਰਹੀ ਸਭ ਕੋ ਬਹੁਵਾਰੀ ਨਹਿਮਾਨੀ ਕਾਇਆ ਮਿਲ ਧਾਰੀ। ਮਹਾਰਾਜ ਮਾਤਾ ਜਿਹੜੀ ਹੈ ਪੰਜਾਬ ਕੌਰ ਬੜਾ ਵਰਜਦੀ ਸੀ ਕਿ ਉਹ ਆਵੇਗਾ ਮੁੜ ਕੇ, ਤੁਸੀਂ ਨਾ ਛੇੜੋ। ਪਰ ਉਹਨਾਂ ਨੂੰ ਇਸਤਰੀ ਜਾਣ ਕੇ ਉਹਨਾਂ ਦੀ ਗੱਲ ਨਹੀਂ ਮੰਨੀ ਜੀ। ਪੈ ਨਿਰਪੈ ਮਨ ਭਾਵਤ ਕਰੈ ਦਰਦ ਚੁਰਾਵੈ ਨਿਜ ਨਿਜ ਧਰੈ। ਇਸ ਤਰ੍ਹਾਂ ਹੁਣ ਮਾਤਾ ਜੀ ਨੂੰ ਡਰਾਉਂਦੇ ਹਨ, ਮਾਤਾ ਜੀ ਤੋਂ ਡਰਦੇ ਨਹੀਂ, ਮਨ ਮਰਜ਼ੀਆਂ ਕਰਦੇ ਐ ਔਰ ਮਾਇਆ ਇਕੱਠੀ ਕਰ ਕਰ ਰੱਖਦੇ ਹਨ। ਇਕ ਗੁਰਦਾਸ ਕੁਛ ਅਨਸਾਰੀ ਆਪਰ ਜੋ ਬਿਗੜੇ ਹੋਏ ਹੰਕਾਰੀ। ਇਹ ਗੁਰਦਾਸ ਹੈ ਜਿਹੜਾ ਇਹ ਕੁਝ ਮਾਤਾ ਪੰਜਾਬ ਕੌਰ ਦੇ ਪੱਖ ਦੀ ਗੱਲ ਕਰਦਾ ਹੈ। ਇਹਨੂੰ ਲਾਲਚ ਨਹੀਂ ਹੈ। ਭਾਈ ਬਹਿਲੋ ਕੇ ਭਾਈ ਫਫੜਿਆਂ ਵਾਲੇ ਜਿਨ੍ਹਾਂ ਦੇ ਵੱਡਿਆਂ ਨੇ ਚੌਥੇ ਪਾਤਸ਼ਾਹ ਜੀ ਦੇ ਨਾਲ 5ਵੇਂ ਪਾਤਸ਼ਾਹ ਜੀ ਨਾਲ ਸਰੋਵਰ ਦੀਆਂ ਹਰਿਮੰਦਰ ਸਾਹਿਬ ਦੀਆਂ ਤਿਆਰੀਆਂ ਕਰਵਾਈਆਂ, ਇਹ ਉਹਨਾਂ ਚੋਂ ਆ। ਤੋ ਇਹ ਕੁਝ ਠੀਕ ਹੈ, ਬੰਦਾ ਮਾਤਾ ਜੀ ਦੀ ਗੱਲ ਮੰਨਣ ਵਾਲਾ ਹੈ। ਇਹਨੇ ਸਾਰੀ ਗੱਲ ਦੱਸਣੀ ਕੀਤੀ ਆ ਕੇ ਆਪ ਸਹਾਇਤਾ ਚਾਹੈ ਤੁਮਾਰੀ ਆਹ ਅਲੰਬ ਏਕ ਨਿਰਤਾਰੀ। ਤੇ ਪਾਤਸ਼ਾਹ ਹੁਣ ਸਾਨੂੰ ਤੁਹਾਡਾ ਹੀ ਆਸਰਾ ਹੈ। ਮਾਤਾ ਜੀ ਨੇ ਮੈਨੂੰ ਇਸ ਲਈ ਭੇਜਿਆ ਹੈ ਔਰ ਤੁਸੀਂ ਮਦਦ ਕਰੋ ਜੀ। ਕਲਗੀ ਧਰ ਸੁਨਤ ਵਿਚਾਰੇ ਬ੍ਰਿੰਦ ਮਸੰਦ ਬਲੰਦ ਵਿਗਾਰੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੋਚਿਆ ਕਿ ਇਹ ਮਸੰਦ ਜਿਹੜੇ ਹਨ ਬੜੇ ਵਿਗੜੇ ਹੋਏ ਐ। ਜਦੋਂ ਕਿਹਾ ਸੀ ਵੀ ਨਹੀਂ ਸਰੀਰ ਨੂੰ ਛੇੜਨਾ, ਫਿਰ ਕਿਉਂ ਉਸ ਨੂੰ ਸੰਸਕਾਰ ਕੀਤਾ? ਇਹ ਚੰਗਾ ਨਹੀਂ ਕੀਤਾ ਉਹਨਾਂ ਨੇ। ਦਰਦ ਨਾ ਰਾਮ ਰਾਏ ਤੇ ਜਈ ਕਹਿਓ ਨਾ ਬੁਰਾ ਠਨ ਹੈ ਅਵਤਈ। ਜਿਹੜੇ ਰਾਮ ਰਾਏ ਤੋਂ ਨਹੀਂ ਸੀ ਡਰਦੇ ਤੇ ਹੁਣ ਤਾਂ ਉਹਨਾਂ ਨੂੰ ਡਰ ਹੀ ਕਿਸੇ ਦਾ ਨਹੀਂਗਾ। ਹੁਣ ਉਹਨਾਂ ਨੂੰ ਕੌਣ ਹੈ ਰੋਕਣ ਵਾਲਾ? ਸ੍ਰੀ ਗੁਰੂ ਨਾਨਕ ਕੇ ਘਰ ਸਾਰੇ ਧਰੀ ਮਸੰਦ ਅਦਕ ਹੰਕਾਰੇ। ਇਹ ਸਾਰੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਸਾਰੇ ਮਸੰਦ ਬੜੇ ਧਨੀ ਤੇ ਹੰਕਾਰੀ ਹੋ ਗਏ ਹਨ। ਆਰੰਭਤਾ ਹੋਈ ਸੀ 3 ਪਾਤਸ਼ਾਹ ਜੀ ਵੇਲੇ, ਜਦੋਂ ਉਹਨਾਂ ਨੇ 22 ਮੰਜੀਆਂ ਥਾਪੀਆਂ ਸੀ। ਇਹਨਾਂ ਦਾ ਕੰਮ ਸੀ ਮਸੰਦਾਂ ਦਾ ਪ੍ਰਚਾਰ ਕਰਨਾ ਤੇ ਸੰਗਤਾਂ ਦਾ ਦਸੌਂਦ ਲਿਆ ਕੇ ਜਮ੍ਹਾਂ ਕਰਾਉਣਾ। ਪਰ ਹੌਲੀ ਹੌਲੀ ਜਿਹੜੀਆਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਆਈਆਂ, 3 ਜਾਂ 4 ਕੁੱਲ, ਉਹ ਵਿਗੜ ਚੁੱਕੇ ਸੀ। ਉਹ ਇਸ ਪੂਜਾ ਦੇ ਧਾਨ ਨੂੰ ਆਪਦਾ ਸਮਝਣ ਲੱਗ ਪਏ ਸੀ। ਰਸਤੇ ਵਿੱਚ ਹੀ ਕੁੰਡੀ ਲਾ ਕੇ ਅੱਧਾ ਮਾਲ ਘਰੇ ਰੱਖ ਲੈਂਦੇ, ਅੱਧਾ ਕ ਜਮ੍ਹਾਂ ਕਰਾਉਂਦੇ। ਅਸਲ ਦੇ ਵਿੱਚ ਗੁਰੂ ਘਰ ਦੇ ਮਸੰਦ ਵੀ ਵਿਗੜ ਚੁੱਕੇ ਸਨ, ਜਿਵੇਂ ਰਾਮ ਰਾਏ ਦੇ ਮਸੰਦ ਵਿਗੜੇ ਸਨ। 10ਵੇਂ ਪਾਤਸ਼ਾਹ ਜੀ ਨੇ ਅੱਜ ਫੈਸਲਾ ਕੀਤਾ ਹੈ ਬਈ ਇਹ ਵਿਗੜ ਚੁੱਕੇ ਹਨ, ਇਹ ਸੰਗਤਾਂ ਨੂੰ ਦੁੱਖ ਦਿੰਦੇ ਹਨ, ਦੇਣਗੇ ਅੱਗੋਂ ਤੋਂ, ਇਹਨਾਂ ਦਾ ਜ਼ਰੂਰ ਕੁਛ ਕਰਨਾ ਚਾਹੀਏ ਜੀ। ਆਤਮਨਾ ਕਰਹਿ ਨਾ ਸ਼ਰਦਾ ਧਾਰ ਹੈ ਅਪਰ ਨਰ ਨਾ ਸਮ ਗੁਰੂ ਵਿਚਾਰ। ਇਹ ਗੁਰੂ ਨੂੰ ਆ ਮਨੁੱਖਾਂ ਵਰਗਾ ਸਮਝਦੇ ਹਨ, ਨਾ ਸਤਿਕਾਰ ਕਰਦੇ ਆ ਨਾ ਸ਼ਰਧਾ ਰੱਖਦੇ ਹਨ। ਸਿੱਖਣ ਕੇ ਮਹਿਦ ਸੰਤਾਪੀ ਧਨ ਲੈ ਬਨ ਹੈ ਸੁਰਾਪੀ ਪਾਪੀ। ਔਰ ਸਿੱਖ ਸੰਗਤਾਂ ਨੂੰ ਦੁੱਖ ਦਿੰਦੇ ਆ। ਗਣ ਸਿੱਖਣ ਕੇ ਮਹਿਦ ਸੰਤਾਪੀ। ਸਤਿਗੁਰਾਂ ਕੋਲੇ ਗੁਰੂ ਨਾਨਕ ਦੇ ਘਰ ਦੇ ਮਸੰਦਾਂ ਦੀਆਂ ਵੀ ਕਦੇ ਕਦੇ ਸ਼ਿਕਾਇਤਾਂ ਆਉਂਦੀਆਂ ਸਨ ਕਿ ਜੀ ਫਲਾਨਾ ਮਸੰਦ ਸੰਗਤਾਂ ਤੋਂ ਬੱਕਰਾ ਮੰਗਦਾ, ਸ਼ਰਾਬ ਮੰਗਦਾ। ਜੇ ਕੋਈ ਦਾਲ ਪਾਣੀ ਰੋਟੀ ਖਵਾਉਂਦਾ ਹੈ ਤਾਂ ਕਹਿੰਦਾ ਬੱਕਰਾ ਕਿਉਂ ਨਹੀਂ ਬਣਾਇਆ? ਕੋਈ ਸਤਨਾਮ ਤੁਹਾਡੇ ਘਰੇ ਗੁਰੂ ਕੇ ਆਏ ਨੇ। ਜੇ ਕੋਈ ਖੇਸ ਮੱਥਾ ਟੇਕ ਦਿੰਦਾ ਹੈ ਕਹਿੰਦਾ ਕੰਬਲ ਕਿਉਂ ਨਹੀਂ ਦਿੱਤਾਗਾ ਤੁਸੀਂ? ਇਸ ਤਰ੍ਹਾਂ ਕਈ ਵਾਰੀ 10ਵੇਂ ਪਾਤਸ਼ਾਹ ਕੋਲੇ ਇਹਨਾਂ ਮਸੰਦਾਂ ਦੀਆਂ ਵੀ ਸ਼ਿਕਾਇਤਾਂ ਆਉਂਦੀਆਂ ਰਹੀਆਂ, ਪਰ ਸਤਿਗੁਰੂ ਪਾਤਸ਼ਾਹ ਸੁਣ ਲੈਂਦੇ, ਗੱਲ ਆਈ ਗਈ ਹੋ ਜਾਂਦੀ। ਇੱਕ ਦਿਨ ਸਿੱਖਾਂ ਨੇ ਸਲਾਹ ਬਣਾਈ ਕਿਉਂ ਨਾ ਸਤਿਗੁਰਾਂ ਨੂੰ ਇੱਕ ਨਾਟਕ ਬਣਾ ਕੇ ਦਿਖਾਇਆ ਜਾਵੇ। ਤੇ ਕਹਿੰਦੇ ਫਿਰ 10ਵੇਂ ਪਾਤਸ਼ਾਹ ਜੀ ਨੂੰ ਇੱਕ ਦਿਨ ਬੇਨਤੀ ਕੀਤੀ, ਜੀ ਆਪਣੇ ਕੋਲੇ ਕੁਝ ਬਾਜੀਗਰ ਆਏ ਨੇ, ਬਹੁਤ ਰੁਪਈਏ, ਇਹ ਤੁਹਾਨੂੰ ਇੱਕ ਨਾਟਕ ਵਿਖਾਉਣਾ ਚਾਹੁੰਦੇ ਆ ਮਸੰਦਾਂ ਦਾ, ਦੇਖੋਗੇ? ਕਹਿੰਦੇ ਹਾਂ ਦੇਖ ਲੈਂਦੇ ਆ। ਤਾਂ ਉਹਨਾਂ ਨੇ ਫਿਰ ਇੱਕ ਮਸੰਦ ਬਣਿਆ, ਘੋੜੀ ਤੇ ਚੜ੍ਹਿਆ ਹੈ, ਇੱਕ ਪਾਸੇ ਥੋੜ੍ਹੀ ਦੂਰੀ ਤੇ ਇੱਕ ਸਿੱਖ ਦਾ ਘਰ ਬਣਾ ਲਿਆ ਹੈ ਤੇ ਪਾਤਸ਼ਾਹ ਸਾਹਮਣੇ ਬੈਠ ਕੇ ਦੇਖ ਰਹੇ ਆ, ਹੋਰ ਸਿੱਖ ਵੀ ਦੇਖ ਰਹੇ ਆ। ਉਹਨਾਂ ਨੇ ਹੁਣ ਨਾਟਕ ਬਣਾਇਆ। ਨਾਟਕ ਬਣਾ ਕਰਕੇ ਉਹਨਾਂ ਨੇ
ਉਹ ਮਸੰਦ ਬਣ ਕੇ ਘੋੜੀ ਤੇ ਚੜ੍ਹ ਕੇ ਜਾਂਦਾ ਦਸੌਂਦ ਲੈਣ ਵਾਸਤੇ ਸਿੱਖਾਂ ਦੇ ਘਰੇ ਵੜਦਾ ਹੈ। ਉਹ ਅੱਗੋਂ ਬੜੇ ਹੱਥ ਬੰਨ੍ਹ ਕੇ ਸਿਫਤਾਂ ਕਰਦੇ ਆ, ਗੁਰੂ ਕੇ ਆਏ ਆ, ਗੁਰੂ ਕੇ ਆਏ ਆ। ਘੋੜੀ ਤੋਂ ਥੱਲੇ ਤਾਰਦੇ ਆ, ਮੰਜਾ ਡਾਉਂਦੇ ਆ, ਜਲ ਪਾਣੀ ਛਕਾਉਂਦੇ ਆ। ਔਰ ਫਿਰ ਸ਼ਾਮਾਂ ਦਾ ਸਮਾਂ ਆਉਂਦਾ, ਪ੍ਰਸ਼ਾਦਾ ਬਣਾਉਂਦੇ ਆ। ਬਿੱਤ ਮੁਤਾਬਕ ਦਾਲ ਧਰੀ ਆ, ਮੂੰਗੀ ਦੀ, ਪ੍ਰਸ਼ਾਦਾ ਆਦਿ ਬਣਾਇਆ ਹੈ। ਕਹਿੰਦੀ ਉਸ ਨੇ ਉਹ ਥਾਲ ਚੱਕ ਕੇ ਪਰੇ ਮਾਰਿਆ, ਕਹਿੰਦੀ ਇਹ ਕੋਈ ਪ੍ਰਸ਼ਾਦਾ ਗੁਰੂ ਕਿਆਂ ਵਾਸਤੇ। ਤੇ ਉਸ ਤੋਂ ਬਾਅਦ ਗੁਰੂ ਪਿਆਰਿਓ ਫਿਰ ਕੀ ਹੋਇਆ, ਕਹਿੰਦੇ ਉਸ ਨੇ ਜਦੋਂ ਇਹ ਗੱਲ ਸੁਣਾਈ ਤੇ ਫਿਰ ਉਹਨਾਂ ਨੇ ਖੇਸ ਤੇ 50 ਰੁਪਏ ਮੱਥਾ ਟੇਕਿਆ। ਉਹ ਖੇਸ ਵੀ ਉਹਨਾਂ ਨੇ ਨਾ ਲਿਆ। ਤੇ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਇਹਨਾਂ ਮਸੰਦਾਂ ਦੀ ਗੱਲ ਸੁਣ ਕੇ, ਜਿਨ੍ਹਾਂ ਨੇ ਰਾਮ ਰਾਏ ਦੇ ਸਰੀਰ ਨੂੰ ਸਾੜ ਦਿੱਤਾ ਹੈ, ਇਸ ਗੱਲ ਨੂੰ ਸੁਣ ਕੇ ਸਤਿਗੁਰਾਂ ਨੇ ਕੋਈ ਫੈਸਲਾ ਕਰਨ ਦੀ ਸਲਾਹ ਕੀਤੀ ਹੈ। ਰਤਨਾ ਰਾਮ ਰਾਏ ਤੇ ਜਈ ਕਿਉ ਨਾ ਬੁਰਾ ਠਾਨੈ ਅਵਤੇ। ਕਹਿਣ ਲੱਗੇ ਜਦੋਂ ਉਦੋਂ ਰਾਮ ਰਾਏ ਤੋਂ ਨਹੀਂ ਸੀ ਡਰਦੇ, ਹੁਣ ਤਾਂ ਇਹਨਾਂ ਨੇ ਡਰਨਾ ਹੀ ਕੀ ਹੈ। ਸ੍ਰੀ ਗੁਰੂ ਨਾਨਕ ਕੇ ਘਰ ਸਾਰੇ ਧਨੀ ਮਸੰਦ ਅਦਕ ਹੰਕਾਰੇ। ਇਹ ਬਹੁਤ ਹੰਕਾਰੀ ਹੋ ਚੁੱਕੇ ਹਨ। ਗੁਰੂ ਨਾਨਕ ਦੇ ਘਰ ਦੇ ਮਸੰਦ ਵੀ ਧਨੀ ਹੋ ਗਏ, ਅਮੀਰ ਹੋ ਕੇ ਵਿਗੜ ਗਏ ਹਨ। ਆਦਵ ਨ ਕਰਹਿ ਨਾ ਸ਼ਰਦਾ ਤਾਰੈ ਅਪਰ ਨਰ ਨ ਸੰਗ ਗੁਰੂ ਵਿਚਾਰੈ। ਔਰ ਨਾ ਗੁਰੂ ਦਾ ਸਤਿਕਾਰ ਕਰਦੇ ਆ ਤੇ ਨਾ ਸ਼ਰਧਾ ਰੱਖਦੇ ਹਨ, ਆਮ ਮਨੁੱਖਾਂ ਦੀ ਤਰ੍ਹਾਂ ਸਮਝਦੇ ਹਨ। ਸਿੱਖਣ ਕੈ ਮਹਿਲ ਸੰਤਾਪੀ ਧਨ ਲੈ ਬਨ ਸੁਰਾਪੀ ਪਾਪੀ। ਗੁਰੂ ਘਰ ਦੀ ਮਾਇਆ ਦੇ ਨਾਲ ਇਹ ਗਲਤ ਕਰਮ ਕਰਦੇ ਹਨ, ਨਸ਼ੇ ਪੀਂਦੇ ਹਨ। ਬੇਸੁਆ ਭੋਗਨ ਆਦ ਵਿਕਾਰਾ ਸਭ ਮੈਂ ਫਸੈ ਪੁਨੈ ਹੰਕਾਰਾ। ਔਰ ਇਸ ਤਰ੍ਹਾਂ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਗੁਰੂ ਘਰ ਦੀ ਮਾਇਆ ਨੂੰ ਗਲਤ ਵਰਤੋਂ ਕਰਦੇ ਐ, ਹੰਕਾਰੀ ਵੀ ਹੋ ਚੁੱਕੇ ਹਨ। ਕਵ ਸਿੱਖੀ ਰੀਤ ਵਿਗਾਰੈ ਕਰਹਿ ਅਨਾਦਰ ਸਿੱਖ ਨ ਤਾਰੈ। ਇਹ ਤਾਂ ਆਉਣ ਵਾਲੇ ਸਮੇਂ 'ਚ ਸਾਡੀ ਸਿੱਖੀ ਨੂੰ ਵੀ ਵਿਗਾੜ ਸਕਦੇ ਹਨ। ਸਿੱਖਾਂ ਦਾ ਅਨਾਦਰ ਕਰਨਗੇ, ਸੰਗਤਾਂ ਨੂੰ ਤਾੜਨਗੇ। ਕਾ ਮੂਲ ਆਖਾਰ ਨ ਹੋਏ ਸੁਖ ਪ੍ਰਾਪਤਾ ਸਤ ਸੰਗ ਨ ਸੋਏ। ਇਹ ਸਤਸੰਗ ਤਾਂ ਕਰਦੇ ਨਹੀਂ। ਹੁਣ ਇਹਨਾਂ ਦੀਆਂ ਜੜ੍ਹਾਂ ਪਟਣੀਆਂ, ਭਾਵ ਇਹਨਾਂ ਨੂੰ ਖਤਮ ਹੀ ਕਰਨਾ ਚਾਹੀਏ ਜੀ। ਯਾਦ ਕਬਰ ਹਿਰਦੈ ਵਿਚਾਰੀ ਪਤਰੀ ਲਖਵੇਂ ਹੇਤ ਉਚਾਰੀ। ਇਸ ਤਰ੍ਹਾਂ ਕਹਿੰਦੇ ਇਹ ਸੋਚੀ ਹੈ, ਚਿੱਠੀ ਜਦ ਸੁਣੀ ਹੈ ਸਤਿਗੁਰਾਂ ਨੇ, ਇਹ ਸੋਚਣਾ ਕੀਤਾ ਜੀ। ਤਮਰੇ ਅਹ ਮਸੰਦਾ ਕਰੋ ਹਕਾਰ ਨਿਜ ਡਿਗ ਬਰੰਦਾ। ਸਤਿਗੁਰਾਂ ਨੇ ਚਿੱਠੀ ਲਿਖੀ ਹੈ ਮਾਤਾ ਪੰਜਾਬ ਕੌਰ ਨੂੰ। ਕਹਿਣ ਲੱਗੇ ਇਦਾਂ ਕਰੋ, ਤੁਸੀਂ ਆਪਣੇ ਮਸੰਦਾਂ ਨੂੰ ਭੋਗ ਤੇ ਸੱਦੋ ਔਰ ਫਿਰ ਉਹਨਾਂ ਨੂੰ ਚਿੱਠੀਆਂ ਲਿਖ ਕੇ ਸੱਦੋ, ਸਾਰੇ ਭਾਈ ਭੋਗ ਤੇ ਆਓ ਸਾਰੇ, ਔਰ ਫਿਰ ਉਹਨਾਂ ਨੂੰ ਸਰੋਪੇ ਦੇਵਾਂਗੇ। ਲਿਖੋ ਸਵਨ ਪ੍ਰਤਤਮ ਚਲ ਆਵੋ ਸਿਰੇ ਪਾਓ ਗੁਰ ਘਰ ਤੇ ਪਾਵੋ। ਉਹਨਾਂ ਨੂੰ ਲਿਖ ਦਿਓ ਚਿੱਠੀ ਵਿੱਚ, ਭਾਈ ਭੋਗ ਤੇ ਸਭ ਨੂੰ ਸਰੋਪੇ ਦਿੱਤੇ ਜਾਣਗੇ ਤੇ ਸਾਰੇ ਮਸੰਦ ਜਿਹੜੇ ਹਨ ਉਹ ਇਕੱਤਰ ਹੋਵਣ ਜੀ। ਗਮਨੋ ਨਿਜ ਨਿਜ ਸਥਾਨ ਭੇਤ ਨਾ ਦੇਹੋ ਨਾ ਲੈ ਪਛਾਨ। ਔਰ ਤੁਸੀਂ ਆਓ, ਫਿਰ ਤੁਸੀਂ ਆਪੋ ਆਪਣੇ ਕੰਮਾਂ ਤੇ ਚਲੇ ਜਾਣਾ ਜੀ। ਜਬ ਹੈ ਆਨ ਮਿਲੈ ਸਮੁਦਾਇ ਹਮ ਸਮੀਪ ਦੇਹੋ ਸਤ ਪਹੁੰਚਾਏ। ਇੱਕ ਦਿਨ ਰੱਖ ਲਓ ਤੇ ਫਿਰ ਉਸ ਦਿਨ ਤੇ ਜਦੋਂ ਇਹ ਸਾਰੇ ਆ ਜਾਣ ਫਿਰ ਸਾਨੂੰ ਸੁਨੇਹਾ ਲਾ ਦਿਓ। ਗੁਰੂ ਗੋਬਿੰਦ ਸਿੰਘ ਜੀ ਨੇ ਚਿੱਠੀ ਲਿਖ ਕੇ ਮਾਤਾ ਪੰਜਾਬ ਕੌਰ ਨੂੰ ਧੀਰਜ ਦਿੱਤਾ ਜੀ। ਦਰਸ਼ਨ ਚੜ ਕੇ ਆਏ ਸਦਾਰੈ ਜਿਮ ਕੈ ਕੋ ਹੋਏ ਤਬੈ ਵਿਚਾਰੈ। ਔਰ ਅਸੀਂ ਤੁਰੰਤ ਆ ਜਾਵਾਂਗੇ, ਫਿਰ ਜਿਵੇਂ ਕਹੋਗੇ ਫਿਰ ਸੋਚਾਂਗੇ ਕੀ ਕਰਨਾ ਹੈ। ਇਹਦੇ ਆਦ ਕਾਲ ਕਤੀਰਜ ਹੇਤਾ ਪਠੀ ਵਰਤ ਕਾ ਸ਼੍ਰੀਪਤਰ ਪਸਮੇਤਾ। ਤਾਂ ਮਾਤਾ ਪੰਜਾਬ ਕੌਰ ਜੀ ਵੱਲ ਤੇਜ਼ੀ ਦੇ ਨਾਲ ਚਿੱਠੀ ਲਿਖ ਕਰਕੇ ਭੇਜ ਦਿੱਤੀ ਹੈ। ਪਹੁੰਚਿਓ ਗੁਰਦਾਸ ਹੈ ਪਾਸ ਪਾਠਕ ਕਰ ਬਹੁ ਸਿਪਾਹੀ ਕਰਤਾਸ। ਇਸ ਤਰ੍ਹਾਂ ਗੁਰੂ ਪਿਆਰਿਓ ਚਿੱਠੀ ਨੂੰ ਲੈ ਕਰਕੇ ਗੁਰਦਾਸ ਜੀ ਜਲਦੀ ਦੇ ਨਾਲ ਚਲੇ ਗਏ, ਹੋਰ ਲੋਕਾਂ ਤੋਂ ਲੁਕਾ ਕਰਕੇ। ਜਾਏ ਪੰਜਾਬ ਕੋਈ ਸਮਝਾਈ ਆਏ ਕਰ ਹੈ ਕਰ ਸਕਲ ਉਪਾਈ। ਜਾ ਕੇ ਮਾਤਾ ਪੰਜਾਬ ਕੌਰ ਨੂੰ ਦੱਸਦੇ ਹਨ, ਆਹ ਲੋ ਚਿੱਠੀ ਦਿੱਤੀ ਹੈ ਤੇ ਉਹਨਾਂ ਨੂੰ ਸਾਰੀ ਗੱਲ ਸਮਝਾ ਦਿੱਤੀ ਹੈ। ਬਾਕੀ ਤੁਸੀਂ ਪੜ੍ਹ ਲਓ। ਉਹਨਾਂ ਨੇ ਕਿਹਾ ਜਦੋਂ ਸਮਾਂ ਆਵੇਗਾ
ਅਸੀਂ ਆ ਜਾਵਾਂਗੇ। ਨਿਤ ਮਸੰਦ ਜਿਤੇ ਕੋਈ ਅਰਾ ਗੁਰ ਸਤ ਤ੍ਰੈ ਨੇ ਲੇਹ ਹਕਾਰ। ਔਰ ਉਹਨਾਂ ਨੇ ਕਿਹਾ ਜਿਤਨੇ ਮਸੰਦ ਹਨ ਰਾਮ ਰਾਏ ਦੇ ਉਹਨਾਂ ਸਾਰਿਆਂ ਨੂੰ ਬੁਲਾਉਣਾ ਕਰੋ ਜੀ। ਕਰਤਾਸ ਸਵਨ ਸੋ ਭਾਖਾ ਚਾਹੀਏ ਰੀਤ ਕਰੀ ਇਮ ਕਾਖਾ। ਇਸ ਤਰ੍ਹਾਂ ਗੁਰਦਾਸ ਸਾਹਿਤ ਸਭ ਨੂੰ ਹੀ ਇਹ ਦੱਸਣਾ ਕੀਤਾ ਹੈ ਮੇਰੀ ਇਹ ਅਭਿਲਾਸ਼ਾ ਹੈ। ਜਦ ਤੱਕ ਮਸੰਦ ਗੁਰੂ ਕਰ ਕੇਰੇ ਪਹੁੰਚੈ ਸਕਲ ਇਹਾਇ ਸਵੇਰੇ। ਔਰ ਗੁਰਦਾਸ ਜੀ ਨੇ ਸਾਰੀਆਂ ਮਸੰਦਾਂ ਨੂੰ ਕਹਿੰਦੇ ਚਿੱਠੀਆਂ ਲਿਖ ਦਿੱਤੀਆਂ ਵੀ ਜਿਹੜੇ ਰਾਮ ਰਾਏ ਦੇ ਮਸੰਦ ਹਨ ਉਹ ਸਾਰੇ ਇਸ ਤਰ੍ਹਾਂ ਫਲਾਣੇ ਦਿਨ ਇਕੱਤਰ ਹੋਵਣ ਜੀ। ਨਏ ਨਏ ਦੇ ਕਰ ਸਿਰ ਪਾਈ ਪੁਨ ਤਿਸ ਦੇਸਨ ਦੇਹ ਪਠਾਈ। ਔਰ ਉਹਨਾਂ ਨੂੰ ਨਵੇਂ ਸਿਰੇ ਤੋਂ ਸਰੋਪੇ ਦੇ ਕੇ ਫਿਰ ਵਿਦਾ ਕਰ ਦਿਆਂਗੇ ਜਿੱਥੇ ਜਿੱਥੇ ਉਹ ਪ੍ਰਚਾਰ ਕਰਦੇ ਆ ਚਲੇ ਜਾਵਣ। ਪ੍ਰਥਮ ਰੀਤ ਇਵੇਂ ਹੀ ਚਲੇ ਆਈ ਤੁਮ ਸਿਆਣੇ ਸਮਝੋ ਸਮੁਦਾਈ। ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਸਮੇਂ ਸਮੇਂ ਤੇ ਗੁਰੂ ਸਰੋਪੇ ਦਿੰਦੇ ਆਏ ਆ ਤੇ ਹੁਣ ਵੀ ਸਰੋਪੇ ਦੇਣੇ ਆ ਭਾਈ ਭੋਗ ਤੇ ਆ ਜਿਓ। ਲਿਖੋ ਪਾਮਾਸ ਕੀ ਤੇਵਾ ਇੱਕ ਸਾਰੇ ਮਿਲ ਹੈ ਆਨ ਤਿਸ ਦਿਵਸ ਹਕਾਰੇ। ਔਰ ਇੱਕ ਦਿਨ ਰੱਖ ਦਿੱਤਾ ਹੈ ਸਾਰਿਆਂ ਨੂੰ ਚਿੱਠੀਆਂ ਲਿਖ ਦਿੱਤੀਆਂ। ਸੋਨਾ ਮਸਲਤਾ ਸਭ ਹਨ ਮਨ ਮਾਨੀ ਰੀਤ ਯਾਦ ਕਰ ਘਰ ਕੀ ਜਾਨੀ। ਸਾਰਿਆਂ ਨੇ ਸੋਚਿਆ ਵੀ ਗੱਲ ਤਾਂ ਠੀਕ ਹੈ ਪਹਿਲਾਂ ਵੀ ਸਰੋਪੇ ਦਿੰਦੇ ਹੀ ਆ ਗੁਰੂ ਤੇ ਲੈਣੇ ਆ ਸਰੋਪੇ ਆਪਾਂ ਚੱਲੀਏ ਭੋਗ ਤੇ ਸਾਰੇ। ਲਿਖੇ ਹੁਕਮਾਨੇ ਲਿਖੇ ਹੁਕਨਾਮੇ ਤਮ ਸਾਰੇ ਪਹੁੰਚੋ ਇਸ ਥਲ ਬਿਲਮ ਬਸਾਰੇ। ਔਰ ਚਿੱਠੀਆਂ ਵਿੱਚ ਲਿਖ ਦਿੱਤਾ ਹੈ ਕਿ ਜਲਦੀ ਆਉਣਾ ਭਾਈ ਫਲਾਣੇ ਦਿਨ ਸਾਰਿਆਂ ਨੇ ਇਕੱਤਰ ਹੋ ਕੇ ਔਰ ਸਾਨੂੰ ਸਰੋਪੇ ਵੀ ਦੇਣੇ ਹਨ। ਗੁਰ ਘਰ ਤੇ ਵੜਤਾ ਅਬ ਪਾਵੋ ਪੁਨ ਸਿੱਖਣ ਤੇ ਤਨ ਉਗਰਾਵੋ। ਤੁਹਾਨੂੰ ਗੁਰੂ ਘਰ ਵੱਲੋਂ ਵਡਿਆਈ ਦਿੱਤੀ ਗਈ ਹੈ ਫਿਰ ਜਾ ਕੇ ਸਿੱਖਾਂ ਤੋਂ ਆਪਣਾ ਦਸੌਂਦ ਇਕੱਠਾ ਕਰਦੇ ਰਹਿਣਾ। ਜੈ ਕੈ ਲਿਖ ਕਰਾ ਤਰਤ ਪਠਾਈ ਪਾਠ ਪਾਠ ਹੁਕਮ ਸਕਲ ਚਲੇ ਆਈ। ਚਿੱਠੀਆਂ ਲਿਖ ਕੇ ਸਾਰੇ ਜਿੰਨੇ ਮਸੰਦ ਸਨ ਰਾਮ ਰਾਏ ਦੇ ਉਹਨਾਂ ਨੂੰ ਪਾ ਦਿੱਤੀਆਂ ਜੀ। ਮਨ ਮਾਹੀ ਹਮ ਬਿਨ ਗੁਰੂ ਬਣੈ ਕਿਮ ਨਾਹੀ। ਮਸੰਦਾਂ ਨੂੰ ਇਹ ਸੀ ਕਿ ਅਸੀਂ ਹੀ ਗੁਰੂ ਬਣਾਉਣੇ ਆ ਸਾਡੇ ਬਿਨਾ ਕੌਣ ਗੁਰੂ ਬਣ ਸਕਦਾ ਹੈ ਇਸ ਕਰਕੇ ਸਾਡੀ ਲੋੜ ਆ ਚੱਲਾਂਗੇ। ਜਾਂਤੇ ਖਾਤਰ ਕਰੈ ਹਮਾਰੀ ਕਿਉ ਨਾ ਲਿਓ ਸਿਰ ਪਾਉ ਉਦਾਰੀ। ਚੱਲਣਾ ਚਾਹੀਦਾ ਮਾਇਆ ਵੀ ਦੇਊਗੀ ਮਾਤਾ ਪੰਜਾਬ ਕੌਰ ਸਰੋਪੇ ਵੀ ਦੇਊਗੀ ਆਪਾਂ ਨੂੰ ਚੱਲੀਏ। ਸਭ ਦੇ ਸੰਤੇ ਸਮਦਾਈ ਗਨ ਮਸੰਦ ਲਗਦੀ ਰਗਿਆਈ। ਇਸ ਤਰ੍ਹਾਂ ਛੋਟੇ ਵੱਡੇ ਸਾਰੇ ਮਸੰਦ ਜਿਹੜੇ ਸਨ ਉਹ ਬੁਲਾ ਲਏ ਜੀ। ਆਨ ਕਰ ਪੀਰ ਕਨੇਰੀ ਮਿਲੈ ਪਰਸ ਪਰ ਪ੍ਰੀਤ ਵਡੇਰੀ। ਇਸ ਤਰ੍ਹਾਂ ਬੜੀ ਭੀੜ ਹੋ ਗਈ ਹੈ ਉਸ ਦਿਨ ਤੇ ਸਾਰੇ ਮਸੰਦ ਇਕੱਤਰ ਹੋਣ ਲੱਗੇ। ਬਹੁਤ ਸ਼ਾਕਰਤ ਮਿਲ ਮਿਲ ਕੇ ਪਹੁੰਚੀ ਜਵੈ ਸਕਲ ਚਲ ਚਲ ਕੇ। ਬੜੇ ਉਤਸ਼ਾਹ ਸਾਰਿਆਂ ਵਿੱਚ ਅੱਜ ਸਰੋਪੇ ਮਿਲਣਗੇ ਸਾਨੂੰ ਮਾਤਾ ਪੰਜਾਬ ਕੌਰ ਸਾਡਾ ਸਤਿਕਾਰ ਕਰੇਗੀ। ਪਨ ਪੰਜਾਬ ਕੋਇਰ ਲਿਖ ਪਾਤੀ ਛਪ ਕਰ ਸਭ ਤੇ ਜੇਤ ਕਬਾਤੀ। ਫਿਰ ਮਾਤਾ ਪੰਜਾਬ ਕੌਰ ਤੇ ਗੁਰਦਾਸ ਜੀ ਨੇ ਮਿਲ ਕੇ ਚਿੱਠੀ ਲਿਖੀ ਹੈ 10ਵੇਂ ਪਾਤਸ਼ਾਹ ਜੀ ਨੂੰ। ਮਿਲੇ ਆਣ ਕਰ ਦੁਸ਼ਟ ਮਸੰਦ ਤਨ ਪ੍ਰਾਪਤ ਤੇ ਆਨੰਦ ਬਿਲੰਦ। ਔਰ ਚਿੱਠੀ 'ਚ ਲਿਖਿਆ ਸਾਰੇ ਮਸੰਦ ਬੁਲਾ ਲਏ ਆ ਮਹਾਰਾਜ ਅਸੀਂ ਦਿਨ ਰੱਖਿਆ ਕੱਲ ਪਰਸੋਂ ਦਾ ਤੇ ਤੁਸੀਂ ਵੀ ਆ ਜਾਓ ਹੁਣ। ਬਿਨਾ ਬਿਲੰਬ ਆਪ ਚਲੇ ਆਵੋ ਬੁੱਧਵਾਰ ਤੇ ਸਭ ਯਤਨ ਬਣਾਵੋ। ਬਿਨਾਂ ਦੇਰ ਲਾਇਆ ਜਲਦੀ ਆ ਜਾਓ ਮਹਾਰਾਜ ਜੋ ਯਤਨ ਕਰਨਾ ਹੈ ਇਹਨਾਂ ਨੂੰ ਸਜ਼ਾ ਦੇਣ ਦਾ ਉਹ ਕਰੋ। ਏਕ ਆਸਰਾ ਰਾਵਰ ਕੇਰਾ ਨਹਿ ਇਸ ਸਮੈ ਅਪਰ ਕੋ ਮੇਰਾ। ਮੇਰਾ ਕੋਈ ਨਹੀਂ ਇਸ ਵੇਲੇ ਤੁਹਾਡੇ ਤੋਂ ਬਗੈਰ। ਇਤਿਆਦ ਇਤਿਆਦ ਕਲਿਖ ਬਿਨੈ ਪਠਾਈ ਗਇਓ ਤੋ ਤਲੇ ਕਰ ਸਸਾਈ। ਔਰ ਗੁਰਦਾਸ ਜੀ ਚਿੱਠੀ ਲੈ ਕੇ ਫਟਾਫਟ ਕਿਸੇ ਤਰ੍ਹਾਂ ਵੀ 10ਵੇਂ ਪਾਤਸ਼ਾਹ ਕੋਲ ਪੌਂਟਾ ਸਾਹਿਬ ਆ ਗਏ। ਆਨ ਪਾਵਟੇ ਪਹੁੰਚੋ ਸੋਏ ਸਿੰਘਪੁਰ ਪਰ ਤਿਰ ਤਬ ਹੋਏ। ਔਰ ਇਹ ਸਿੱਖ ਨੇ ਲਿਆ ਚਿੱਠੀ 10ਵੇਂ ਪਾਤਸ਼ਾਹ ਜੀ ਨੂੰ ਦਿੱਤੀ ਆ। ਹੁਣ 10ਵੇਂ ਪਾਤਸ਼ਾਹ ਜੀ ਇਹਨਾਂ ਮਸੰਦਾਂ ਨੂੰ ਕਿਵੇਂ ਸਜ਼ਾਵਾਂ ਦਿੰਦੇ ਆ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ ਕੀਰਤਨ ਦਾ ਸਮਾਂ ਹੋ ਰਿਹਾ ਸਰਵਣ ਕਰੀਏ ਜੀ ਕੀਰਤਨ। ਦਾਸ ਨੂੰ ਬਖਸ਼ੋ ਖੁਸ਼ੇ ਬੁਲਾਓ ਫਤਿਹ ਸਮਾਪਤੀ ਕਰੀਏ। हे अच्युत हे पार ब्रह्म अविनाशी अगनाश हे पूरन हे सर्वमय पंजन गुणदास हे संगी हे निरंकार हे निर्गुण सा
हे गोबिंद हे गुण निधान जाके सदा भवेका हे अपरंपर हर हरे है पिहो मनहार हे संत कै सदा संग नेदारा आधार हे ठाकुर हों दासरो मैं निर्गुण गुण नहीं कोई नानक दीजै नाम दान राखो हियै परोए आए प्रभ शरणागति कृपा निध दयाल एक अखर हर मन बसत नानक होत निहाल एक ओंकारा सतगुरु ते प्रसाद सच होए वाहिगुरु जी की फतेह है विघ्न विनाशन सो वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की वाहिगुरु जी की फतेह। बहुत